परम सत्कारयोग सतगुरां दी सजी और नवाजी हुई साध संगत जीओ, आप काफ़ी समय तो गुरमुख प्यारिਆਂ ਦੇ ਪਾਸੋਂ ਰੱਬੀ ਗੁਰਬਾਣੀ ਦੇ ਜਾਪ ਸਰਵਣ ਕਰਦੇ ਆ ਰਹੇ ਸੀ। ਧੰਨਤਾ ਦੇ ਯੋਗ ਹੋ ਜਿਨ੍ਹਾਂ ਨੂੰ ਗੁਰੂ ਚਰਨਾਂ ਦੇ ਵਿੱਚ ਬੈਠ ਕਰਕੇ ਗੁਰਬਾਣੀ ਪੜ੍ਹਨ ਦੇ ਸੁਣਨ ਦੇ ਸੁਭਾਗ ਸਮੇਂ ਪ੍ਰਾਪਤ ਹੋਏ ਨੇ। सतगुरु महाराज जी कहते प्राणी तू आयो पढ़न सुनन को बाणी। इस संसार दे विच असीं बाणी पढ़न वास्ते गुरबाणी सुनन दे वास्ते इस संसार दे विच आए हाँ। नाम जपण दे वास्ते संसार दे विच आए हाँ। जो सानू गुरु जी गुरबाणी दे विच समझाण दा यतन करते ने। आओ की कहंदे ने भगत कबीर जी गुरबाणी दे विच सरवण करिए जी। राग गौड़ी चेती, राग गौड़ी चेती दे विच फरमान करते ने। देखो भाई ज्ञान की आई आंदी, सब उडानी परम की टाटी, रह न माया बंदी रहाओ। भगत कबीर जी कहते बेक भरावो ब्रह्म विचार दी हनेरी आ गई आ, ज्ञान दी हनेरी आ गई है। इस बहम ते छप्पर नूं पूरी तरह उड़ा लै गई अते मौनी दे बंधन तक भी बाकी नहीं रहे। कहंदे ऐसी हनेरी जिवें मान लो भी दुनियावी हनेरी आ जाती आ, पूरी जबरदस्त हनेरी आ जाए किन्ना कुछ उड़ा के लै जाती आ। जिहड़े माड़े मोटे छप्पर बन्ने हुंदे ने खड़े हुंदे ने उन्हां नूं भी उड़ा के लै जाती है। इसे तरह जिहड़े साडे मन दे भरम ने बहम ने, किसी भी प्रकार का कोई बहम भरम मन दे विच है, संसा शंका मन दे विच है, जदों ज्ञान की हनेरी चलती है ना सारे उड़ा के ले जाती। आखो सतनाम। आ हुण ज्ञान की हनेरी चल रही है। आज जो हुण चल रहा है गुरबाणी दीयां विचारां, समझ लो ये ज्ञान की हनेरी चल रही है। इहदे विच कईयां दे भरम दूर हो जाणगे, कईयां दे बहम दूर हो जाणगे, कईयां दे संके दूर हो जाने ने। ये ज्ञान की हनेरी चल रही है। अगे सुनो की कहंदे ने भगत कबीर जी। दो चित्ते की दोए थू नगरानी, मोह बलेडा टूटा, तिसना सान परे तर ऊपर, दुर्मत भांडा फूटा। दुचित्तापन दे दोनों थमले डिग पे हन अते संसारी ममता दा सतीर टुट गया। दुचित्तापन, दुचित्ता कहंदे ने भी दो चित्ते मन हो जाए।
ਅੰਮ੍ਰਿਤ ਵੇਲੇ ਉੱਠ ਖੜਿਆ, ਇਸ਼ਨਾਨ ਕਰ ਲਿਆ, ਕਥਾ ਚੱਲ ਪਈ, ਸ਼ੁਰੂ ਹੋ ਗਈ। ਮੰਜੇ ਦੇ ਉੱਤੇ ਬੈਠਾ ਮਨ ਇਹ ਕਰਦਾ ਵੀ ਗੁਰਦੁਆਰਾ ਸਾਹਿਬ ਚੱਲੀਏ ਜਾਂ ਰਹਿਣ ਦੀ। ਅੱਜ ਏਸੀ ਦੀ ਠੰਡੀ ਹਵਾ ਲੱਗ ਰਹੀ ਹੈ, ਚਲੋ ਸੌਂ ਜਾਓ ਘੰਟਾ, ਕੀ ਕਰਾਂਗੇ। ਇੱਕ ਦਿਲ ਕਰ ਰਿਹਾ ਵੀ ਗੁਰਦੁਆਰਾ ਸਾਹਿਬ ਚੱਲੀਏ, ਤੇ ਦੂਸਰਾ ਦਿਲ ਕਰ ਰਿਹਾ ਵੀ ਛੱਡ ਪਰੇ ਯਾਰ ਅੱਜ ਸੌਂਨੇ ਆ ਘੰਟਾ। ਇਹ ਦੁਚਿੱਤਾਪਣ ਹੈ। ਦੁਚਿੱਤੇਪਣ ਦੇ ਦੋਨੋਂ ਥੰਮਲੇ ਡਿੱਗ ਪਏ ਹਨ ਅਤੇ ਸੰਸਾਰੀ ਮਮਤਾ ਦਾ ਸਤੀਰ ਵੀ ਟੁੱਟ ਗਿਆ ਹੈ। ਲਾਲਚ ਦੇ ਕੱਖਾਂ ਦੀ ਸੱਤ ਜ਼ਮੀਨ ਤੇ ਡਿੱਗ ਪਈ ਹੈ ਅਤੇ ਮੰਦੀ ਅਕਲ ਦਾ ਬਰਤਨ ਟੁੱਟ ਗਿਆ। ਆਂਦੀ ਪਾਸੈ ਜੋ ਜਲ ਬਿਰਖੈ, ਤਹਿ ਤੇਰਾ ਜਨ ਪੀਨਾ। ਕਹੇ ਕਬੀਰ ਮਨ ਪਿਆ ਪਰਗਾਸਾ, ਉਦਹਿ ਪਾਨ ਜਬ ਚੀਨਾ। ਕਹਿੰਦੇ ਤੇਰਾ ਨੌਕਰ ਉਸ ਮੀਂਹ ਨਾਲ ਗੱਚ ਹੋ ਗਿਆ ਹੈ ਜਿਹੜਾ ਹਨੇਰੀ ਮਗਰੋਂ ਬਰਸਿਆ ਹੈ। ਕਬੀਰ ਜੀ ਆਖਦੇ ਹਨ, ਕਹਿੰਦੇ ਜਦ ਮੈਂ ਸੂਰਜ ਨੂੰ ਚੜ੍ਹਦਾ ਦੇਖਦਾ ਜਾਂ ਮੇਰਾ ਚਿੱਤ ਰੋਸ਼ਨ ਹੋ ਜਾਂਦਾ ਹੈ। ਗੌੜੇ ਚੇਤੇ ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਵਾਹਿਗੁਰੂ ਕੇਵਲ ਇੱਕ ਹੈ, ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ, ਉਹ ਪ੍ਰਾਪਤ ਹੋ ਜਾਂਦਾ ਹੈ। ਹਰ ਜਸ ਸੁਨਹਿ ਨਾ ਹਰ ਜਸ ਗਾਵਹਿ, ਬਾਤਨ ਹੀ ਅਸਮਾਨ ਗਰਾਵੈ। ਸੁਣੋ ਕੀ ਕਹਿੰਦੇ ਨੇ ਭਗਤ ਕਬੀਰ ਜੀ। ਕਹਿੰਦੇ ਜੋ ਨਾ ਵਾਹਿਗੁਰੂ ਦੀ ਕੀਰਤੀ ਸੁਣਦੇ ਨੇ, ਜੋ ਨਾ ਵਾਹਿਗੁਰੂ ਦੀ ਕੀਰਤੀ ਸੁਣਦੇ ਨੇ ਅਤੇ ਨਾ ਹੀ ਵਾਹਿਗੁਰੂ ਦੀਆਂ ਵਡਿਆਈਆਂ ਗਾਉਂਦੇ ਨੇ, ਨਾ ਤਾਂ ਉਹ ਗੁਰਬਾਣੀ ਕਥਾ ਕੀਰਤਨ ਸੁਣਦੇ ਨੇ, ਨਾ ਵਾਹਿਗੁਰੂ ਪਰਮੇਸ਼ਰ ਦੀਆਂ ਵਡਿਆਈਆਂ ਗਾਉਂਦੇ ਨੇ, ਵਡਿਆਈਆਂ ਕਰਦੇ ਨੇ। ਪਰ ਮਹਾਰਾਜ ਜੀ ਕਹਿੰਦੇ ਬਾਤਨ ਹੀ ਅਸਮਾਨ ਗਰਾਵੈ। ਕਹਿੰਦੇ ਗੱਲਾਂ ਦੇ ਨਾਲ ਨਾ ਉੱਪਰੋਂ ਰੱਬ ਨੂੰ ਥੱਲੇ ਸਿੱਟਣ ਨੂੰ ਫਿਰਦੇ ਨੇ। ਆਖੋ ਸਤਨਾਮ। ਬਾਤਨ ਹੀ ਅਸਮਾਨ ਗਰਾਵੈ। ਗੱਲਾਂ ਦੇ ਨਾਲ ਨਾ ਰੱਬ ਨੂੰ ਥੱਲੇ ਲਾਉਣ ਨੂੰ ਫਿਰਦੇ ਨੇ। ਆਖੋ ਸਤਨਾਮ। ਕੀ ਕਹਿੰਦੇ ਨੇ ਅੱਗੇ ਭਗਤ ਕਬੀਰ ਜੀ, ਸੁਣੋ। ਐਸੇ ਲੋਗਨ ਸਿਉ ਕਿਆ ਕਹੀਐ। ਕਹਿੰਦੇ ਇਹੋ ਜਿਹੇ ਲੋਕਾਂ ਨੂੰ ਜਿਹੜੇ ਗੱਲਾਂ ਦੇ ਨਾਲ ਅਸਮਾਨ ਨੂੰ ਥੱਲੇ ਘਰਾਉਣ ਨੂੰ ਫਿਰਦੇ ਨੇ, ਉਹਨਾਂ ਨੂੰ ਕਹਿੰਦੇ ਕੀ ਕਹੀਏ, ਕੀ ਆਖੀਏ। ਅੱਗੇ ਸੁਣੋ। ਜੋ ਪ੍ਰਭ ਕੀਏ ਭਗਤ ਤੇ ਬਹਿਜ ਤਿੰਨ ਤੇ ਸਦਾ ਡਰਾਨੇ ਰਹੀਐ ਰਹਾਉ। ਕਹਿੰਦੇ ਜਿਨ੍ਹਾਂ ਨੂੰ ਸੁਆਮੀ ਆਪਣੇ ਪ੍ਰੇਮਮਈ ਸੇਵਾ ਤੋਂ ਵਾਂਝਿਆ ਰੱਖਿਆ, ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੀ ਪ੍ਰੇਮਮਈ ਸੇਵਾ ਤੋਂ ਵਾਂਝਿਆ ਰੱਖਿਆ ਹੈ, ਉਹਨਾਂ ਤੋਂ ਸदैव ਹੀ ਡਰਦਾ ਰਹੋ। ਕਹਿੰਦੇ ਉਹਨਾਂ ਦੇ ਨੇੜੇ ਨਾ ਲੱਗੋ, ਉਹ ਤੋਂ ਡਰਦਾ ਰਹੋ ਜਿਨ੍ਹਾਂ ਨੂੰ ਪਰਮੇਸ਼ਰ ਨੇ ਦੂਰ ਕੀਤਾ ਸੇਵਾ ਤੋਂ। ਆਪ ਨਾ ਦੇਹ ਚੁਰੂ ਪਰ ਪਾਨੀ, ਤਹ ਨਿੰਦਹਿ ਜਹ ਗੰਗਾ ਆਨੀ। ਕਹਿੰਦੇ ਖੁਦ ਤਾਂ ਉਹ ਪਾਣੀ ਦੀ ਇੱਕ ਚੂਲੀ ਭਰ ਪੀ ਨਹੀਂ ਦਿੰਦੇ। ਕਹਿੰਦੇ ਨਿੰਦਿਆ ਉਹਨਾਂ ਦੀ ਕਰਦੇ ਨੇ ਜਿਹੜੇ ਗੰਗਾ ਲੈ ਆਏ। ਆਖੋ ਸਤਨਾਮ। ਪਰ ਨਿੰਦਾ ਉਸ ਦੀ ਕਰਦੇ ਹਨ ਜਿਸ ਨੇ ਗੰਗਾ ਲਿਆਂਦੀ ਹੈ। ਬੈਠਤ ਊਠਤ ਕੁਟਲਤਾ ਚਾਲਿਹੀ,
आप गए औरन हूँ घाले। कहते बਹਿੰਦਿਆਂ ते ਉੱਠਦਿਆਂ ਟੇਢੀ है उन्हां दी चाल। उन्हां दी चाल टेढ़ी है, बखरी है। वो खुद तबाह हो गए ने, बर्बाद हो गए ने अते होरनां नूं बर्बाद कर दिंदे ने। आखो सतनाम। आप तां ओह बर्बाद हो गए ने ते दूसरिਆਂ नूं भी बर्बाद कर दिंदे ने। साड कुछ रचा आन न जाने, ब्रह्म हो को केहू ना माने। मंदी गलबात दे बगैर होर कुछ नहीं जानते। माड़ियां गल्लां बातां दे बगैर ओह होर कुछ नहीं जानते। गुरुआं बारे पुछ लो कोई ज्ञान नहीं, गुरु दे साहिबजादियां बारे पुछ लो कोई ज्ञान नहीं, गुर इतिहास दे बारे पुछ लो कोई ज्ञान नहीं, गुरबाणी दे बारे पुछ लो कोई ज्ञान नहीं। एक्टरां बारे पुछ लो सारा कुछ दस देणगे, फिल्मां बारे पुछ लो सारा कुछ दस देणगे, माड़ियां गल्लां बारे पुछ लो सारा कुछ दस देणगे। भगत कबीर जी कहंदे मंदी गल बात दे बगैर ओह होर कुछ नहीं जानते, होर नहीं कुछ जानते। ओह ब्रह्मा जी दी गल भी नहीं मनते। कहंदे ओह ब्रह्मा जी दी गल भी नहीं मनते। अगे सुनो की कहंदे ने। आप गए और नूं खोबे, आग लगाए मंदिर में सोवे। ਉਹ ਆਪ ਗਲਤ ਰਸਤੇ ਪਏ ਹੋਏ ਹਨ ਅਤੇ ਹੋਰਨਾਂ ਨੂੰ ਵੀ ਗੁੰਮਰਾਹ ਕਰਦੇ ਹਨ। ਆਪ ਤਾਂ ਗਲਤ ਰਸਤੇ ਪਏ ਹੋਏ ਨੇ, ਪਰ ਉਹ ਹੋਰਨਾਂ ਨੂੰ ਵੀ ਗਲਤ ਰਸਤੇ ਪਾਉਂਦੇ ਨੇ, ਗੁੰਮਰਾਹ ਕਰਦੇ ਨੇ। ਆਪਣੇ ਮਹਿਲ ਨੂੰ ਲਾਂਬੂ ਲਾ ਕੇ ਉਹ ਉਸ ਅੰਦਰ ਸੌਂਦੇ ਹਨ। ਆਖੋ ਸਤਨਾਮ। ਆ ਹਾਲਤ ਆ ਕਹਿੰਦੇ ਭਾਈ। वर्ण हस्त आपे काने, तिनको देख कबीर ले जाने। ਉਹ ਹੋਰਨਾਂ ਦੀ ਹਾਸੀ ਉਡਾਉਂਦੇ ਹਨ, ਭਾਵੇਂ ਖੁਦ ਇੱਕ ਅੱਖ ਵਾਲੇ ਹਨ, ਭਾਵੇਂ ਖੁਦ ਇੱਕ ਅੱਖ ਵਾਲੇ ਹਨ। पर महाराज जी कहते भगत कबीर जी होरनां दी हासी उडाउंदे ने, होरनां नूं मखौल करदे ने। उन्हां नूं वेख के कबीर जी, भगत कबीर जी कहंदे उन्हां नूं वेख के कबीर नूं शर्म आउंदी आ। इहो जिहे लोकां नूं देख के भगत कबीर जी कहंदे शर्म आउंदी है। राग गौड़ी बैरागण कबीर जी, राग गौड़ी बैरागण दे विच भगत कबीर जी फरमान करते ने, एक ओंकार सतगुरु प्रसाद। वाहिगुरु केवल एक है, गुरां दी दया द्वारा वो प्राप्त हुंदा है। की कहंदे ने, मैं परसों पिछे जो बोलिया सी ना पितरां दे बारे भी भाई श्राद शुरू ने, पर यह साडे इतिहास दे विच इन्हां दी कोई महानता नहीं है। इनू निंदिया है, बदगोया है। आओ की कहंदे ने, जीपत पितर ना माने को मूए श्राद कराई। भगत कबीर जी कहंदे अपने बजुर्गां नूं ਜਿਉਂਦਿਆਂ ਨੂੰ ਤਾਂ ਪ੍ਰਸਾਦਾ ਪਾਣੀ ਚੱਜ ਨਾਲ ਛਕਾਉਂਦੇ ਨਹੀਂ, ਲੰਗਰ ਪਾਣੀ ਚੱਜ ਨਾਲ ਛਕਾਉਂਦੇ ਨਹੀਂ। ਕਹਿੰਦੇ ਜਦੋਂ ਉਹ ਮਰ ਜਾਂਦੇ ਨੇ ਫਿਰ ਸਰਾਧ ਕਰਦੇ ਨੇ। ਬੋਲਿਆ ਸੀ ਨਾ ਪਿੱਛੇ ਜੇ ਮਾਂ ਭਾਈ ਪੂਰਨਵਾਸੀ ਰੂ ਸਰਾਧ ਸ਼ੁਰੂ ਨੇ। ਪ੍ਰਧਾਨ ਜੀ ਕਹਿੰਦੇ ਬਾਬਾ ਜੀ ਕਹਿੰਦੇ ਫਿਰ ਸਰਾਧਾਂ ਬਾਰੇ ਮਾੜਾ ਜਿਹਾ ਸੁਣਾ ਵੀ ਦਿਓ ਜੀ। ਕਹਿੰਦੇ ਵੀ ਕੀ ਵਿਚਾਰ ਆ।
ਸੋ ਆ ਵਿਚਾਰ ਆਪਣੇ ਆਪ ਗੁਰਬਾਣੀ ਦੇ ਵਿੱਚ ਲੜੀਵਾਰ ਚ ਆ ਗਈ ਆ। ਸੁਣੋ ਕੀ ਕਹਿੰਦੇ ਨੇ ਸ਼ਰਾਧਾਂ ਬਾਰੇ ਭਗਤ ਕਬੀਰ ਜੀ। ਜੀਵਤ ਪਿਤਰ ਨਾ ਮਾਨੈ ਕੋ, ਮੂਏ ਸਰਾਧ ਕਰਾਹੀ। ਕਹਿੰਦੇ ਆਦਮੀ ਵੱਡੇ ਵਡੇਰਿਆਂ ਦੀ, ਉਹਨਾਂ ਦੀ ਜਿਉਂਦੇ ਤਾਂ ਸੇਵਾ ਨਹੀਂ ਕਰਦੇ, ਪਰ ਉਹਨਾਂ ਦੇ ਮਰਨ ਤੇ ਉਹਨਾਂ ਨੂੰ ਭੋਜਨ ਖਵਾਉਂਦੇ ਹੈ। ਜਿਉਂਦੇ ਜੀ ਕਹਿੰਦੇ ਸੇਵਾ ਨਹੀਂ ਕਰਦੇ, ਮਰਿਆਂ ਨੂੰ ਭੋਜਨ ਖਵਾਉਂਦੇ ਨੇ। ਇਹ ਵੀ ਨਹੀਂ ਪਤਾ ਵੀ ਉਹ ਮਰ ਕੇ ਕਿੱਥੇ ਗਿਆ, ਕਿਹੜੀ ਜੂਨ ਦੇ ਵਿੱਚ ਪਿਆ, ਕਿਹੜੀ ਜੂਨ ਦੇ ਵਿੱਚ ਗਿਆ ਤੇ ਕਿਹੜੀ ਜੂਨ ਦੇ ਵਿੱਚ ਪਿਆ। ਭਾਈ ਸੋਭਾ ਰਾਮ ਜੀ, ਭਾਈ ਸੋਭਾ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਚੌਰ ਬਰਦਾਰ ਸੀ। ਸਤਿਗੁਰੂ ਜੀ ਨੂੰ ਚੌਰ ਸਾਹਿਬ ਕਰਿਆ ਕਰਦਾ ਸੀ। ਸੋਭਾ ਰਾਮ ਦਾ ਪੁੱਤਰ, ਸੋਭਾ ਰਾਮ ਦਾ ਪੁੱਤਰ ਸਤਿਗੁਰੂ ਜੀ ਨੂੰ ਚੌਰ ਸਾਹਿਬ ਕਰਿਆ ਕਰਦਾ ਸੀ। ਤਾਂ ਗੁਰਮੁਖ ਪਿਆਰਿਓ, ਇੱਕ ਦਿਨ ਕਲੰਦਰ ਰਿਸ ਵਾਲਾ ਰਿਸ ਲੈ ਕੇ ਆ ਗਿਆ। ਰਿਸ ਲੈ ਕੇ ਆ ਗਿਆ। ਸਤਿਗੁਰੂ ਜੀ ਕਹਿੰਦੇ ਭਾਈ ਕੌਣ ਆ? ਕਹਿੰਦੇ ਜੀ ਰਿਸ ਵਾਲਾ, ਕਹਿੰਦੇ ਤਮਾਸ਼ਾ ਕਰਦਾ। ਆਨੰਦਪੁਰ ਸਾਹਿਬ ਦੀ ਵਾਰਤਾ ਹੈ। ਸਤਿਗੁਰੂ ਜੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਬੁਲਾਓ ਭਾਈ ਰਿਸ ਵਾਲੇ ਨੂੰ, ਤਮਾਸ਼ਾ ਦੇਖੀਏ। ਉਹ ਰਿਸ ਵਾਲਾ ਬੁਲਾ ਲਿਆ। ਰਿਸ ਵਾਲਾ ਬੁਲਾਇਆ, ਸਾਰੇ ਸਿੰਘ ਇਕੱਠੇ ਹੋ ਗਏ ਆਨੰਦਪੁਰ ਸਾਹਿਬ ਦੇ ਵਿੱਚ। ਸਤਿਗੁਰੂ ਜੀ ਆਸਣ ਦੇ ਉੱਤੇ ਬੈਠੇ ਨੇ। ਭਾਈ ਕੀਰਤੀਆ ਸੋਭਾ ਰਾਮ ਦਾ ਪੁੱਤਰ ਭਾਈ ਕੀਰਤੀਆ ਚੌਰ ਸਾਹਿਬ ਕਰ ਰਿਹਾ ਗੁਰੂ ਜੀ ਨੂੰ। ਚੌਰ ਸਾਹਿਬ ਕਰ ਰਿਹਾ ਤੇ ਤਮਾਸ਼ਾ ਹੋ ਰਿਹਾ। ਰਿਸ ਦਾ ਪੁੱਠੀਆਂ ਸਿੱਧੀਆਂ ਸਾਲਾਂ ਰਿਸ ਮਾਰ ਰਿਹਾ। ਸਾਰੇ ਹੱਸ ਰਹੇ ਨੇ ਦੇਖ ਦੇਖ ਕੇ। ਭਾਈ ਕੀਰਤੀਆ ਗੁਰੂ ਸਾਹਿਬ ਜੀ ਨੂੰ ਚੌਰ ਸਾਹਿਬ ਕਰ ਰਿਹਾ ਸੀ। ਉਹ ਉੱਚੀ ਉੱਚੀ ਹੱਸਣ ਲੱਗ ਗਿਆ। ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੋ ਤਿੰਨ ਵਾਰੀ ਉਹਦੇ ਵੱਲ ਵੇਖਿਆ। ਹੱਡੀ ਨਾ ਪਤੰਦਰ ਹਸੀ ਜਾਵੇ ਉੱਚੀ ਉੱਚੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਉਹ ਭਾਈ ਕੀਰਤੀਆ? ਕਹਿੰਦੇ ਹਾਂ ਮਹਾਰਾਜ ਜੀ। ਉਹ ਕਹਿੰਦੇ ਤੂੰ ਕਿਉਂ ਹੱਸਦਾ? ਤੂੰ ਨਾ ਹੱਸ। ਕਹਿੰਦੇ ਮਹਾਰਾਜ ਜੀ ਕਿਉਂ? ਸਾਰੇ ਸਿੰਘ ਹੱਸ ਰਹੇ ਨੇ, ਦੇਖ ਕੇ ਖੁਸ਼ ਹੋ ਰਹੇ ਨੇ, ਮੈਂ ਕਿਉਂ ਨਾ ਹੱਸਾਂ? ਹੱਡੀ ਨਾ। ਮਹਾਰਾਜ ਜੀ ਕਹਿੰਦੇ ਨਾ ਹੱਸ। ਕਹਿੰਦਾ ਸੱਚੇ ਪਾਤਸ਼ਾਹ ਦੱਸ ਤਾਂ ਦਿਓ ਵੀ ਕਾਰਨ ਕੀ ਹੈ, ਗੱਲ ਕੀ ਆ? ਤੁਸੀਂ ਮੈਨੂੰ ਇਕੱਲੇ ਨੂੰ ਰੋਕੀ ਜਾਂਦੇ ਹੋ। ਸਾਰੇ ਹੱਸ ਰਹੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਉਹ ਨਾ ਹੱਸ, ਇਹ ਤੇਰਾ ਪਿਓ ਆਏ। ਆਖੋ ਸਤਨਾਮ। ਕਹਿੰਦਾ ਜੀ ਮੇਰਾ ਪਿਓ? ਉਹ ਤਾਂ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸੇਵਾ ਕਰਿਆ ਕਰਦਾ ਸੀ। ਆ ਜੂਨੀ ਪੈ ਗਿਆ ਮੇਰਾ ਪਿਤਾ? ਕਹਿੰਦੇ ਹਾਂ ਆ ਜੂਨੀ ਪੈ ਗਿਆ। ਚੌਰ ਸਾਹਿਬ ਰੱਖ ਦਿੱਤਾ। ਕਹਿੰਦਾ ਜਦੋਂ ਮੇਰਾ ਪਿਤਾ ਤੁਹਾਡੇ ਪਿਤਾ ਦੀ ਸੇਵਾ ਕਰਦਾ ਸੀ, ਫਿਰ ਮੈਂ ਤੁਹਾਨੂੰ ਚੌਰ ਸਾਹਿਬ ਕਰਦਾ, ਮੈਂ ਵੀ ਫਿਰ ਐਸੀ ਜੂਨੀ ਪਵਾਂਗਾ। ਸਤਿਗੁਰੂ ਜੀ ਕਹਿੰਦੇ ਉਹ ਭਾਈ ਕੀਰਤੀਆ ਨਾਰਾਜ਼ ਨਾ ਹੋ, ਸੁਣ ਲਾ ਗੱਲ ਫਿਰ ਤੂੰ। ਕਹਿੰਦੇ ਇੱਕ ਗੁਰਸਿੱਖ ਜ਼ਿਮੀਂਦਾਰ ਦਸਾਂ ਨੌਂ ਦੀ ਕਿਰਤ ਕਮਾਈ ਕਰਨ ਵਾਲਾ, ਦਸਾਂ ਨੌਂ ਦੀ ਕਿਰਤ ਕਮਾਈ ਕਰਨ ਵਾਲਾ ਇੱਕ ਜ਼ਿਮੀਂਦਾਰ ਗੁਰਸਿੱਖ ਗੱਡਾ ਲਈ ਜਾ ਰਿਹਾ ਸੀ। ਇਹ ਤੇਰਾ ਪਿਤਾ ਦੇਗ ਦੀ ਸੇਵਾ ਕਰ ਰਿਹਾ ਸੀ, ਦੇਗ ਵਰਤਾ ਰਿਹਾ ਸੀ। ਉਹ ਕਣਕ ਦਾ ਗੱਡਾ ਲਈ ਜਾਂਦਾ ਸੀ ਤੇ ਦੇਗ ਵਰਤ ਰਹੀ ਸੀ। ਉਹ ਗੁਰਸਿੱਖ ਨੇ
ਸਤਿਕਾਰ ਵਜੋਂ ਭੱਜ ਕੇ ਆ ਕੇ ਇਹਦੇ ਮੂਹਰੇ ਹੱਥ ਕੀਤੇ, ਤੇਰੇ ਪਿਓ ਦੇ ਮੂਹਰੇ ਹੱਥ ਕੀਤੇ ਵੀ ਦੇਗ ਦੇ ਦਿਓ। ਉਹਨੇ ਦੇਗ ਦਿੱਤੀ ਨਹੀਂ, ਉਹ ਦੂਸਰੇ ਪਾਸੇ ਨੂੰ ਵਰਤਾਉਣ ਲੱਗ ਗਿਆ, ਇਹ ਉੱਠ ਕੇ ਦੂਸਰੇ ਪਾਸੇ ਨੂੰ ਹੋ ਗਿਆ। ਗੁਰਸਿੱਖ ਦੂਸਰੇ ਪਾਸੇ ਨੂੰ ਹੋ ਗਿਆ, ਉਹ ਤੀਸਰੇ ਪਾਸੇ ਨੂੰ ਘੁੰਮ ਗਿਆ, ਉਧਰ ਨੂੰ ਘੁੰਮਿਆ ਹੋਇਆ ਤੇ ਉਹ ਪਰਾਂ ਨੂੰ ਮੂੰਹ ਘੁਮਾ ਲਿਆ। ਤੇਰੇ ਪਿਓ ਨੇ ਉਹਨੂੰ ਕਹਿ ਦਿੱਤਾ, ਉਹ ਕਹਿੰਦੇ ਬਹਿ ਜਾ, ਕਹਿੰਦੇ ਕਿਉਂ, ਕਹਿੰਦੇ ਸੂਰ ਵਾਂਗੂ ਟੱਪੀ ਜਾਨਾ, ਕਿਉਂ ਰਿਸ ਵਾਂਗੂ ਟੱਪੀ ਜਾਨਾ, ਬਹਿ ਜਾ। ਗੁਰਸਿੱਖ ਸੀ, ਨਾਮ ਜਪਣ ਵਾਲਾ, ਬੰਦਗੀ ਕਰਨ ਵਾਲਾ, ਸਿਮਰਨ ਕਰਨ ਵਾਲਾ, ਦਸਾਂ ਨੌਂ ਦੀ ਕਿਰਤ ਕਮਾਈ ਕਰਨ ਵਾਲਾ। ਜਿਹੜੇ ਗੁਰਮੁਖ ਪਿਆਰੇ ਦੇਖੋ, ਮੈਂ ਪਹਿਲਾਂ ਵੀ ਦੱਸਿਆ ਸੀ ਵੀ ਜ਼ਿਮੀਂਦਾਰ ਭਰਾ ਬੜੀ ਮਿਹਨਤ ਕਰਦੇ ਨੇ, ਦਿਨ ਰਾਤ ਕਮਾਈ ਕਰਦੇ ਨੇ, ਦਸਾਂ ਨੌਂ ਦੀ ਕਿਰਤ ਕਮਾਈ ਕਰਦੇ ਨੇ, ਪਰ ਕਿਰਤ ਕਮਾਈ ਸਫਲ ਹੀ ਨਹੀਂ ਹੋ ਰਹੀ। ਕੀ ਕਾਰਨ ਕੀ ਆ? ਕਿਉਂਕਿ ਸਾਡੇ ਕੋਲ ਨਾ ਤਾਂ ਗੁਰਬਾਣੀ ਆ, ਨਾ ਸਾਡੇ ਕੋਲ ਸਿਮਰਨ, ਨਾ ਅਸੀਂ ਗੁਰਬਾਣੀ ਪੜ੍ਹਦੇ ਆ ਤੇ ਨਾ ਸਿਮਰਨ ਕਰਦੇ ਆ। ਜੇ ਕਿਤੇ ਦਸਾਂ ਨੌਂ ਦੀ ਕਿਰਤ ਕਮਾਈ ਕਰਦੇ ਨਾਲ ਸਿਮਰਨ ਹੋ ਜਾਏ ਤੇ ਨਾਲ ਗੁਰਬਾਣੀ ਪੜ੍ਹੀ ਜਾਵੇ ਨਾ, ਉਹ ਕਿਰਤ ਕਮਾਈ ਸਫਲੀ ਹੋ ਜਾਂਦੀ ਹੈ। ਰਹੋ ਵਿਚਾਰ, ਇੱਧਰ ਨੂੰ ਜਾਣ ਦਾ ਸਮਾਂ ਨਹੀਂ ਹੈ। ਕਹਿਣ ਲੱਗੇ, ਓਏ ਬਹਿ ਜਾ, ਕਿਉਂ ਤੂੰ ਰਿਸ ਵਾਂਗੂ ਟੱਪੀ ਜਾਂਦਾ। ਉਹਨੂੰ ਕਹਿੰਦੇ ਦੇਗ ਨਹੀਂ ਦਿੱਤੀ। ਗੁਰਸਿੱਖ ਸੀ ਉਹ ਪੂਰਾ, ਉਹਨੇ ਧਰਤੀ ਤੋਂ ਕਿਣਕਾ ਚੱਕਿਆ ਦੇਗ ਦਾ, ਸਤਨਾਮ ਵਾਹਿਗੁਰੂ ਕਹਿ ਕੇ ਮੂੰਹ ਚ ਪਾ ਕੇ ਜਿਹੜਾ ਬਲਦਾਂ ਵਾਲਾ ਗੱਡਾ ਤੁਰਿਆ ਜਾ ਰਿਹਾ ਸੀ ਤੇ ਨਾਲ ਜਾ ਕੇ ਰਲ ਗਿਆ। ਸਾਲ ਕੁ ਹੋ ਗਿਆ, ਤੇਰੇ ਪਿਤਾ ਦੀ ਫਿਰ ਡੈਥ ਹੋ ਗਈ ਸੀ। ਉਹ ਰਿਸ ਦੀ ਜੂਨ ਦੇ ਵਿੱਚ ਪੈ ਗਿਆ ਸੀ। ਆਖੋ ਸਤਨਾਮ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਜੇ ਸੇਵਾ ਕਰਦੇ ਹੋਇਆਂ, ਸਿਮਰਨ ਕਰਦੇ ਹੋਇਆਂ ਆਪਣੇ ਮਨ ਨੂੰ ਨਾ ਸਾਧਿਆ, ਉਹੀ ਪੁੱਠੇ ਪਾਸੇ ਚੱਲਦੇ ਰਹੇ ਤਾਂ ਮਾਫ ਕਰ ਦਿਓ। ਗੁਰੂ ਦੀ ਬਾਣੀ ਦੱਸਦੀ ਆ, ਬਖਸ਼ਿਆ ਕੋਈ ਨਹੀਂ ਜਾਂਦਾ, ਜੂਨਾ ਤੋਂ ਫਿਰ ਉਹ ਵੀ ਨਹੀਂ ਬਚ ਸਕਦਾ। ਆਖੋ ਸਤਨਾਮ। ਉੱਥੇ ਸੱਚੋ ਹੀ ਸੱਚ ਨਿਬੜਿਆ, ਚੁਣ ਵੱਖ ਕੱਢੇ ਜਜਮਾਲਿਆ। ਮੈਂ ਆਪਣੀ ਗੱਲ ਕਰ ਲਾਂ, ਆਪਾਂ ਕਿਸੇ ਨੂੰ ਕਿਉਂ ਕਹੀਏ ਵੀ ਮੇਰੇ ਹੁਣ ਦਸਤਾਰ ਵੀ ਬੰਦੀ ਹੋਈ ਹੈ, ਦਮਾਲਾ 5 ਕਕਾਰ ਵੀ ਪਾਏ ਹੋਏ ਨੇ, ਬਾਣਾ ਵੀ ਪਾਇਆ ਹੋਇਆ, ਗੁਰਬਾਣੀ ਵੀ ਪੜ੍ਹਦੇ ਆ, ਸਿਮਰਨ ਵੀ ਕਰਦੇ ਆ, ਗੁਰੂ ਦੇ ਚਰਨਾਂ ਦੇ ਵਿੱਚ ਵੀ ਰਹਿੰਦੇ ਆ। ਜੇ ਮਨ ਨੂੰ ਨਾ ਸਾਧਿਆ, ਉਹੀ ਪੁੱਠੇ ਕੰਮ ਕਰਦੇ ਰਹੇ ਹੋਏ, ਉਹੀ ਮਾੜੇ ਕੰਮ ਕਰਦੇ ਰਹੇ ਤਾਂ ਮਾਫ ਕਰ ਦਿਓ। ਜੂਨੀ ਮੇਰੇ ਲਈ ਵੀ ਤਿਆਰ। ਆਖੋ ਸਤਨਾਮ। ਇੱਥੇ ਕੋਈ 1% ਵੀ ਮਾਫੀ ਨਹੀਂ ਹੈ ਇਹ ਜਗ੍ਹਾ ਤੇ। 1% ਇੱਥੇ ਗੁਰਮੁਖ ਪਿਆਰਿਓ 99 ਵਾਲਾ ਵੀ ਫੇਲ ਹੋ ਜਾਂਦਾ। ਇੱਥੇ ਤਾਂ 101% ਨੰਬਰ ਹੋਣ ਨਾ ਤਾਂ ਪਾਸ ਹੁੰਦਾ। ਆਖੋ ਸਤਨਾਮ। ਮਾਫੀ ਦਾ ਖਾਨਾ ਨਹੀਂ ਹੈ। ਰਹੋ ਵਿਚਾਰ। ਉਹ ਕਹਿੰਦਾ ਜੀ ਮੇਰੇ ਪਿਤਾ ਨੇ ਤੁਹਾਡੇ ਪਿਤਾ ਦੀ ਬੜੀ ਸੇਵਾ ਕੀਤੀ ਸੀ। ਆ ਫਿਰ ਉਹਨੂੰ ਸੁਣਾਈ ਗੱਲ। ਕਹਿੰਦੇ ਆ ਗੱਲਬਾਤ ਸੀ। ਉਹ ਗੁਰਸਿੱਖ ਜਾਂਦਾ ਜਾਂਦਾ ਕਹਿ ਗਿਆ ਸੀ, ਮੈਂ ਕਿਉਂ ਰਿਸ ਹਾਂ, ਰਿਸ਼ਤਾ ਤੂੰ ਹੈ। ਤਾਂ ਉਹਨੂੰ ਫਿਰ ਆ ਰਿਸ ਦੀ ਜੂਨੀ ਪੈ ਗਈ ਸੀ। ਸਾਲ ਹੋ ਗਿਆ ਉਹਨੂੰ ਮਰਿਆ ਨੂੰ। ਕਲੰਦਰ ਨੂੰ ਪੁੱਛਣਾ, ਕਲੰਦਰ ਜਦੋਂ ਉਹਨੂੰ ਪੁੱਛਣਾ ਕੀਤਾ, ਕਹਿੰਦੇ ਵੀ ਕਿੰਨਾ ਕੁ ਹੋ ਗਿਆ ਤੈਨੂੰ ਲੈ ਨੂੰ। ਕਹਿੰਦੇ ਜੀ ਇਹ ਘਰ ਦੀ ਪਾਲਿਆ ਹੋਇਆ, ਇਹ ਸਾਲਕ ਦਾ ਇਹਦਾ ਜਨਮ ਹੋਇਆ, ਸਾਲਕ ਦਾ ਹੈ। ਤਾਂ ਗੁਰਮੁਖ ਪਿਆਰਿਓ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹੁਣ ਕਿਰਪਾ ਕਰੋ, ਫਿਰ ਤੁਸੀਂ ਮਿਹਰ ਕਰ ਦਿਓ, ਰਹਿਮਤ ਕਰ ਦਿਓ। ਸਤਿਗੁਰੂ ਜੀ ਕਹਿੰਦੇ ਲਿਆ ਫਿਰ ਜਲ।
ਜਦੋਂ ਸਤਨਾਮ ਵਾਹਿਗੁਰੂ ਦਾ ਛਿੱਟਾ ਜਲਦਾ ਮਾਰਿਆ, ਕਹਿ ਕੇ ਨਾ ਸਤਨਾਮ ਵਾਹਿਗੁਰੂ ਕਹਿ ਕੇ ਜਲ ਦਾ ਛਿੱਟਾ ਮਾਰਿਆ, ਕਿਰਪਾ ਕੀਤੀ, ਦ੍ਰਿਸ਼ਟੀ ਨਦਰ ਫੇਰੀ ਸਤਿਗੁਰੂ ਜੀ ਨੇ। ਉਹ ਗੁਰਮੁਖ ਪਿਆਰਿਓ ਰਿਸ ਆਪਣਾ ਪੰਜ ਭੂਤਕ ਸਰੀਰ ਛੱਡ ਗਿਆ, ਉਹਦੇ ਵਿੱਚੋਂ ਰੂਹ ਨਿਕਲੀ, ਹੱਥ ਜੋੜ ਕੇ ਖੜੀ, ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਗੁਰੂ ਜੀ ਨੇ ਫੇਰ ਉਹਦਾ ਉਦਾਰ ਕੀਤਾ। ਤਾਂ ਗੁਰਮੁਖ ਪਿਆਰਿਓ ਕਲੰਦਰ ਵਾਲਾ ਵਿਚਾਰਾ ਬੜਾ ਰੋਣ ਲੱਗਿਆ, ਬੜਾ ਕਹਿੰਦਾ ਜੀ ਮੇਰਾ ਤਾਂ ਰੋਜੀ ਰੋਟੀ ਦਾ ਕੰਮ ਸੀ, ਮੈਂ ਤਾਂ ਪੱਟਿਆ ਗਿਆ, ਮੈਂ ਤਾਂ ਮਰ ਗਿਆ। ਉਹਨੂੰ ਕਹਿੰਦੇ ਕਿੰਨੇ ਕੁ ਦਾ ਸੀ? ਕਹਿੰਦੇ ਜੀ ਇੰਨੇ ਕੁ 100 ਰੁਪਏ ਦਾ ਸੀ, ਇੰਨੇ ਕੁ 100 ਦਾ। ਤਾਂ ਉਸ ਸਮੇਂ ਸਤਿਗੁਰੂ ਜੀ ਨੇ ਉਸ ਨੂੰ 500 ਰੁਪਏ ਦਿੱਤਾ, ਕਹਿੰਦੇ ਜਾ ਘਬਰਾ ਨਾ, ਹੋਰ ਲੈ ਲਈ। ਤਾਂ ਗੁਰਮੁਖ ਪਿਆਰਿਓ ਵਿਚਾਰ ਚੱਲ ਰਹੀ ਸੀ, ਜੀਵਤ ਪਿੱਤਰ ਨਾ ਮਨ ਕੋ ਮੂਏ ਸਰਾਧ ਕਰਾਹੀ, ਪਿੱਤਰ ਪੀ ਬਪਰੇ ਕਹੋ ਕਿਉ ਪਾਵਹਿ ਕਊਆ ਕੂਕਰ ਖਾਹੀ। ਸਰਾਧ ਬਣਾਉਂਦੇ ਨੇ, ਕਹਿੰਦੇ ਕੋਠਿਆਂ ਦੇ ਉੱਤੇ, ਸੜਕ ਦੇ ਉੱਤੇ ਪਾ ਕੇ ਰੱਖਦੇ ਹੁੰਦੇ ਨੇ। ਜੇ ਉਹਨੂੰ ਪੁੱਛੋ ਕਹਿੰਦੇ ਕਾਹਦਾ ਜੀ? ਇਹ ਬਾਪੂ ਵਾਸਤੇ ਕੱਢਿਆ ਜੀ, ਇਹ ਬੇਬੇ ਵਾਸਤੇ ਕੱਢਿਆ। ਉਹਨੂੰ ਪੁੱਛੇ ਜੇ ਪਗਲੋ ਵੀ ਇੱਥੇ ਬਾਪੂ ਕਿਤੇ ਬੇਬੇ ਕਿਤੇ ਬੈਠੀ ਆ? ਕਹਿੰਦੇ ਦੱਸੋ ਜੋ ਕਿਸ ਭਗਤ ਕਬੀਰ ਜੀ ਕਹਿੰਦੇ ਦੱਸੋ ਜੋ ਕੁਸ ਕਾਂ ਤੇ ਕੁੱਤਾ ਖਾ ਗਏ ਹਨ, ਉਹ ਗਰੀਬ ਮਾਪਿਆਂ ਨੂੰ ਕਿਸ ਤਰ੍ਹਾਂ ਮਿਲੇਗਾ? ਕੁੱਤਾ ਖਾ ਜਾਂਦਾ, ਕਾਂ ਖਾ ਜਾਂਦੇ ਨੇ, ਦੱਸੋ ਕਹਿੰਦੇ ਉਹ ਫਿਰ ਜਿਹਦੇ ਨਿਮਿੱਤ ਕੱਢਿਆ ਬਾਪੂ ਬੇਬੇ, ਕਹਿੰਦੇ ਉਹਨੂੰ ਕਿਵੇਂ ਮਿਲੇਗਾ, ਕਿਸ ਤਰ੍ਹਾਂ ਮਿਲੇਗਾ? ਮੋਕੋ ਕੁਸਲ ਬਤਾਵੋ ਕੋਏ, ਕੁਸਲ ਕੁਸਲ ਕਰਤੇ ਜਗ ਬਿਨਸੈ, ਕੁਸਲ ਪੀ ਕੈਸੇ ਹੋਈ ਰਹਾਓ। ਭਗਤ ਕਬੀਰ ਜੀ ਕਹਿੰਦੇ ਕੋਈ ਮੈਨੂੰ ਦੱਸੋ ਕਿ ਅਸਲ ਖੁਸ਼ੀ ਕੀ ਹੈ, ਅਸਲ ਖੁਸ਼ੀ ਕੀ ਹੈ? ਮਾਨਸਿਕ ਤਰਵਾਸ ਕਹਿੰਦਾ ਕਹਿੰਦਾ ਜਹਾਨ ਮਰਦਾ ਜਾ ਰਿਹਾ ਹੈ। ਰੂਹਾਨੀ ਰੱਜ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ? ਰਹਾਓ ਮਾਟੀ ਕੇ ਕਰ ਦੇਵੀ ਦੇਵਾ, ਤਿਸ ਆਗੇ ਜੀਓ ਦੇਹੀ। ਕਹਿੰਦੇ ਮਿੱਟੀ ਦੀਆਂ ਦੇਵੀਆਂ ਅਤੇ ਦੇਵਤੇ ਬਣਾ ਕੇ ਪ੍ਰਾਣੀ ਉਹਨਾਂ ਨੂੰ ਜਿਉਂਦੇ ਜੀਵ ਦੀਆਂ ਭੇਟਾਂ ਚੜਾਉਂਦੇ ਹਨ। ਕੀ ਕਹਿੰਦੇ ਨੇ ਭਗਤ ਕਬੀਰ ਜੀ? ਕਹਿੰਦੇ ਮਿੱਟੀ ਦੀਆਂ ਦੇਵੀਆਂ ਅਤੇ ਦੇਵਤੇ ਬਣਾ ਕੇ ਬੰਦੇ ਉਹਨਾਂ ਨੂੰ ਜਿਉਂਦੇ ਜੀਵਾਂ ਦੀਆਂ ਭੇਟਾਂ ਚੜਾਉਂਦੇ ਨੇ, ਜਿਉਂਦੇ ਜੀਵਾਂ ਦੀਆਂ ਜਾਨਾਂ ਲੈਂਦੇ ਨੇ। ਇੱਕ ਮਿੱਟੀ ਦਾ ਬੁੱਤ ਹੈ, ਉਹਦੇ ਲਈ ਇੱਕ ਜੀਵ ਦੀ ਜਾਨ ਲਈ ਜਾਂਦੇ, ਕਹਿੰਦੇ ਜੀ ਭੇਟਾ ਚੜਾਣੀਆਂ। ਐਸੇ ਪਿਤਰ ਤੁਮਾਰੇ ਕਹੀਐ, ਆਪਨ ਕਹਿਆ ਨਾ ਲਹੀਐ। ਕਹਿੰਦੇ ਇਹੋ ਜਿਹੇ ਆਖੇ ਜਾਂਦੇ ਹਨ ਤੁਹਾਡੇ ਮਰੇ ਹੋਏ ਮਾਪੇ, ਜਿਹੜੇ ਜੋ ਕੁਝ ਉਹ ਲੈਣ ਲੋੜਦੇ ਹਨ, ਆਖ ਕੇ ਨਹੀਂ ਲੈ ਸਕਦੇ। ਇਹੋ ਜਿਹੇ ਆਖੇ ਜਾਂਦੇ ਹਨ ਤੁਹਾਡੇ ਮਰੇ ਹੋਏ ਮਾਪੇ, ਜਿਹੜੇ ਜੋ ਕੁਝ ਉਹ ਲੈਣਾ ਚਾਹੁੰਦੇ ਹਨ, ਆਖ ਕੇ ਨਹੀਂ ਲੈ ਸਕਦੇ।
ਕਹਿੰਦੇ ਜਿਵੇਂ ਮਿੱਟੀ ਦੀਆਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾ ਕੇ ਬੱਕਰਿਆਂ ਦੀਆਂ ਬਲੀਆਂ ਦਿੰਦੇ ਆ ਜਾਂ ਹੋਰ ਕਿਸੇ ਦੀ ਬਲੀਆਂ ਦਿੰਦੇ ਆ, ਕਹਿੰਦੇ ਇੱਕ ਮਿੱਟੀ ਦੇ ਬੁੱਤ ਲਈ ਇੱਕ ਜੀਵ ਦੀ ਜਾਨ ਗਵਾ ਦਿੱਤੀ, ਫਾਇਦਾ ਕੀ ਹੋਇਆ? ਸਮਝਾਉਂਦੇ ਨੇ ਭਗਤ ਕਬੀਰ ਜੀ, ਕਹਿੰਦੇ ਮਰਿਆਂ ਮਾਪਿਆਂ ਦੇ ਲਈ ਸਾਧ ਕਰਾਉਨੇ ਹੋ, ਫਾਇਦਾ ਕੀ ਹੋਇਆ? ਅੱਗੇ ਸੁਣੋ। ਸਰ ਜੀਓ ਕਾਟੈ ਨਰ ਜੀਓ ਪੂਜੇ, ਅੰਤ ਕਾਲ ਕੋ ਭਾਰੀ। ਸਰ ਜੀਓ ਕਾਟੇ ਨਰ ਜੀਓ ਪੂਜੇ, ਅੰਤ ਕਾਲ ਕੋ ਭਾਰੀ। ਕਹਿੰਦੇ ਤੁਸੀਂ ਪ੍ਰਾਣ ਧਾਰੀਆਂ ਨੂੰ ਮਾਰ ਕੇ ਮੁਰਦਾ ਬਣਾ ਲਿਆ ਹੈ, ਪੂਜਦੇ ਹੋ, ਅਖੀਰ ਵੇਲੇ ਤੁਹਾਨੂੰ ਬਹੁਤ ਮੁਸ਼ਕਲ ਬਣੇਗੀ। ਆਖੋ ਸਤਨਾਮ। ਤੁਸੀਂ ਪ੍ਰਾਣ ਧਾਰੀਆਂ ਨੂੰ ਮਾਰ ਕੇ ਮੁਰਦਾ ਸਾਇਆਂ ਨੂੰ ਪੂਜਦੇ ਹੋ, ਅਖੀਰ ਵੇਲੇ ਤੁਹਾਨੂੰ ਬਹੁਤ ਮੁਸ਼ਕਲ ਬਣੇਗੀ। ਸਤਿਗੁਰੂ ਮਹਾਰਾਜ ਜੀ ਜਾਗਤ ਹੈ ਦੇਉ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਦਾ ਜਾਗਦੇ ਨੇ, ਸਦਾ ਹੀ ਹਾਜ਼ਰ ਨਾਜ਼ਰ ਨੇ। ਅੱਗੇ ਸੁਣੋ ਕੀ ਕਹਿੰਦੇ ਨੇ, ਲਾਸਟ ਪੰਕਤੀਆਂ ਫਿਰ ਸਮਾਪਤੀ ਕਰਾਂਗੇ। ਰਾਮ ਨਾਮ ਕੀ ਗਤ ਨਹੀਂ ਜਾਨੀ, ਪੈ ਡੂਬੇ ਸੰਸਾਰੀ। ਤੁਸੀਂ ਸੁਆਮੀ ਦੇ ਨਾਮ ਦੀ ਕਦਰ ਨੂੰ ਨਹੀਂ ਜਾਣਦੇ, ਤੁਸੀਂ ਸੁਆਮੀ ਦੇ ਨਾਮ ਦੀ ਕਦਰ ਨੂੰ ਨਹੀਂ ਜਾਣਦੇ। ਤੁਸੀਂ ਡਰਾਉਣੇ ਜਗਤ ਸਮੁੰਦਰ ਵਿੱਚ ਡੁੱਬ ਜਾਓਗੇ। ਜੇ ਪਰਮੇਸ਼ਰ ਦੇ ਨਾਮ ਦੀ ਕਦਰ ਨਾ ਜਾਣੀ ਨਾ, ਤੁਸੀਂ ਡਰਾਉਣੇ ਜਗਤ ਸਮੁੰਦਰ ਵਿੱਚ ਡੁੱਬ ਜਾਓਗੇ। ਆ ਜਗਤ ਸਮੁੰਦਰ ਦੇ ਵਿੱਚ ਫਸ ਜਾਓਗੇ। ਦੇਵੀ ਦੇਵਾ ਪੂਜੇ ਡੋਲੇ, ਪਾਰ ਬ੍ਰਹਮ ਨਹੀਂ ਜਾਨਾ। ਕਹਿਤ ਕਬੀਰ ਅਕੁਲ ਨਹੀਂ ਚੇਤਿਆ, ਵਿਖਿਆ ਸਿਉ ਲਪਟਾਨਾ। ਦੇਵੀ ਦੇਵਾ ਪੂਜੇ ਡੋਲੇ, ਪਾਰ ਬ੍ਰਹਮ ਨਹੀਂ ਜਾਨਾ। ਕਹਿਤ ਕਬੀਰ ਅਕੁਲ ਨਹੀਂ ਚੇਤਿਆ, ਵਿਖਿਆ ਸਿਉ ਲਪਟਾਨਾ। ਭਗਤ ਕਬੀਰ ਜੀ ਆਖਦੇ ਹਨ, ਕਹਿੰਦੇ ਤੁਸੀਂ ਦੇਵੀਆਂ ਅਤੇ ਦੇਵਤਿਆਂ ਦੀ ਉਪਾਸਨਾ ਕਰਦੇ ਹੋ। ਤੁਸੀਂ ਦੇਵੀਆਂ ਅਤੇ ਦੇਵਤਿਆਂ ਦੀ ਉਪਾਸਨਾ ਕਰਦੇ ਹੋ, ਆਪਣੇ ਭਰੋਸੇ ਵਿੱਚ ਡੋਲਦੇ ਰਹਿੰਦੇ ਹੋ। ਨਾਲੇ ਤਾਂ ਪੂਜਾ ਕਰਦੇ ਆ ਦੇਵੀ ਦੇਵਤਿਆਂ ਦੀ, ਨਾਲੇ ਕਹਿੰਦੇ ਡੋਲਦੇ ਰਹਿੰਦੇ ਹੋ। ਅਤੇ ਸ਼੍ਰੋਮਣੀ ਸਾਹਿਬ ਨੂੰ ਨਹੀਂ ਸਮਝਦੇ। ਕਹਿੰਦੇ ਉਹ ਪਰਮੇਸ਼ਰ ਨੂੰ ਤੁਸੀਂ ਨਹੀਂ ਸਮਝਦੇ। ਕਬੀਰ ਜੀ ਆਖਦੇ ਹਨ, ਤੁਸੀਂ ਕੁਲ ਰਹਿਤ ਪ੍ਰਭੂ ਦਾ ਆਰਾਧਨ ਨਹੀਂ ਕੀਤਾ ਅਤੇ ਪ੍ਰਾਣ ਨਾਸਕ ਪਾਪਾਂ ਨਾਲ ਚਿੰਬੜੇ ਹੋਏ ਹੋ। ਆਖੋ ਸਤਨਾਮ। ਭਗਤ ਕਬੀਰ ਜੀ ਕਹਿੰਦੇ ਤੁਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਆਰਾਧਨ ਨਹੀਂ ਕੀਤਾ, ਉਹਦਾ ਸਿਮਰਨ ਨਹੀਂ ਕੀਤਾ, ਜਪ ਤਪ ਨਹੀਂ ਕੀਤਾ, ਪ੍ਰਾਣ ਨਾਸਕ ਪਾਪਾਂ ਦੇ ਨਾਲ ਚਿੰਬੜੇ ਹੋਏ ਹੋ। ਆਓ ਬਾਕੀ ਵਿਚਾਰਾਂ ਕਰਾਂਗੇ ਕੱਲ ਨੂੰ। ਜੀਵਤ ਮਰੈ ਮਰੈ ਪੁਨ ਜੀਵੈ, ਐਸੇ ਸੁਨ ਸਮਾਇਆ, ਅੰਜਨ ਮਾਹੇ ਨਿਰੰਜਨ ਰਹੀਐ, ਬਹੁੜ ਨਾ ਭਵ ਜਲ ਪਾਇਆ। ਇਹ ਵਿਚਾਰਾਂ ਕਰਾਂਗੇ ਕੱਲ ਨੂੰ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ ਇੱਕ ਨਹੀਂ ਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਅੱਗੋਂ ਬਾਤ ਸਿਰ ਤੇ ਮੇਰਾ ਬਰਤ ਰੱਖ ਕੇ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ
सेवा करन दी कथा कीर्तन करन दी सोझी आ जाए। लोक सुखीए परलोक सहेले, नानक हर प्रभ आपे मिले। आओ आईयां संगतां दा बहुत बहुत धन्नवाद, जिन्हां ने बड़े लंबे समय तो प्यार दे नाल सत्कार दे नाल गुरबाणी पढ़न दा, गुरबाणी सरवण करदे आ रहे हो, कथा सरवण करदे आ रहे हो। जी आया धन्नवाद। जो लाइव फेसबुक दे उपर यूट्यूब दे उपर कथा सरवण करदे हो, सो सारियां दा बहुत बहुत धन्नवाद। सतगुरु महाराज जी आप जी दा कोटन कोट धन्नवाद। तुसी सानू निमाणियां नू निताणियां नू चरणां दे विच बैठण दे सुभाग समय बख्शिश कीते। आप जी दा कोटन कोट कोट धन्नवाद। सो आओ जो अज देखदियां सेवावां हाजिर हन। सुखजिंदर सिंह जी सनौप सरदार बलवीर सिंह जी, सरदार सुखजिंदर सिंह जी सनौप सरदार बलवीर सिंह जी जन्म दिन नूं मुख रखदे होइयां देखदियां सेवावां हाजिर कीतियां। सो कीर्तन अरदास दी भेटा परिवार वालों दिती गई है। महाराज जी किरपा करन, जिहड़े खजाने चों माया हाजिर हुई सो खजाने भरपूर करन, काल कंटक दूर करन। आओ श्लोक दे विच बोली अरदास हुक्मनामा साहिब, कड़ा प्रसादी देगां लै करके फिर आपो अपने कारोबार करने ने। लोक सुखीए प्रलोक सहेले, नानक हर प्रभ आपे मिले।